ਬਜ਼ੁਰਗ ਸਿੱਖ ਜੋੜੇ ਦਾ ਨੌਕਰ ਕਰ ਗਿਆ ਕਤਲ। ਦੋਵੇਂ ਇਕੱਲਿਆਂ ਰਹਿੰਦੇ ਸੀ ਫਲੈਟ ਦੇ ਵਿੱਚ। ਕੁਆਂਟ ਦੇ ਵਿੱਚ ਰਹਿੰਦੇ ਪੁੱਤ ਨੂੰ 2 ਦਿਨ ਬਾਅਦ ਲੱਗਿਆ ਆਪਣੇ ਮਾਤਾ-ਪਿਤਾ ਦੀ ਮੌਤ ਦਾ ਪਤਾ। ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀਨਾ ਕਨੂਚੀਆ। ਇੱਕ ਬਜ਼ੁਰਗ ਸਿੱਖ ਜੋੜੇ ਦਾ ਕਤਲ ਕਰ ਦਿੱਤਾ ਗਿਆ। ਨੌਕਰ ਦੇ ਵੱਲੋਂ ਹੀ ਗੱਲ ਘੁੱਟ ਕੇ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਹੈਰਾਨੀ ਦੀ ਗੱਲ ਹੈ ਕਿ ਗੁਆਂਢ ਦੇ ਵਿੱਚ ਰਹਿੰਦੇ ਉਹਨਾਂ ਦੇ ਪੁੱਤ ਨੂੰ 2 ਦਿਨ ਬਾਅਦ ਇਹ ਖਬਰ ਮਿਲੀ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਸਿੱਖ ਜੋੜਾ ਫਲੈਟ ਦੇ ਵਿੱਚ ਇਕੱਲਿਆਂ ਰਹਿੰਦਾ ਸੀ ਅਤੇ ਉਹਨਾਂ ਦੇ ਵੱਲੋਂ ਇੱਕ ਕੇਅਰ ਟੇਕਰ ਰੱਖਿਆ ਗਿਆ ਸੀ ਕਿਉਂਕਿ ਉਹਨਾਂ ਦੀ ਸਿਹਤ ਕਈ ਦਿਨਾਂ ਤੋਂ ਖਰਾਬ ਚੱਲ ਰਹੀ ਸੀ। 4 ਦਿਨ ਪਹਿਲਾਂ ਹੀ ਉਹਨਾਂ ਨੇ ਆਪਣੀ ਕੇਅਰ ਕਰਨ ਦੇ ਲਈ, ਆਪਣੀ ਦੇਖਭਾਲ ਕਰਨ ਦੇ ਲਈ ਇੱਕ ਕੇਅਰ ਟੇਕਰ ਨੂੰ ਰੱਖਿਆ, ਪਰ ਉਸ ਤੋਂ ਬਾਅਦ ਇਸ ਕੇਅਰ ਟੇਕਰ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਐਤਵਾਰ ਨੂੰ ਉਹਨਾਂ ਦਾ ਕਤਲ ਹੋਇਆ, ਪਰ 2 ਦਿਨ ਬਾਅਦ ਇਸ ਗੱਲ ਦਾ ਪਤਾ ਲੱਗਿਆ, ਯਾਨੀ ਕਿ ਮੰਗਲਵਾਰ ਸਵੇਰੇ ਇਸ ਗੱਲ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਕਈ ਦਿਨਾਂ ਤੋਂ ਖਰਾਬ ਸੀ, ਜਿਸ ਕਰਕੇ ਇੱਕ ਕੇਅਰ ਟੇਕਰ ਨੂੰ ਉਹਨਾਂ ਨੇ 4 ਦਿਨ ਪਹਿਲਾਂ ਹੀ ਨੌਕਰੀ ਦੇ ਉੱਤੇ ਰੱਖਿਆ ਸੀ, ਜੋ ਕਿ ਰਾਤ ਉਹਨਾਂ ਦੇ ਕੋਲ ਰਹਿੰਦਾ ਸੀ ਅਤੇ ਸਵੇਰ ਹੁੰਦਿਆਂ ਹੀ ਉਹ ਚਲਿਆ ਜਾਂਦਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਦੇਖਭਾਲ ਦੇ ਲਈ ਪਹਿਲਾਂ ਵੀ ਇੱਕ ਕੇਅਰ ਟੇਕਰ ਰੱਖਿਆ ਸੀ, ਪਰ ਉਹ ਨੌਕਰੀ ਛੱਡ ਗਿਆ ਸੀ, ਜਿਸ ਮਗਰੋਂ ਉਹਨਾਂ ਨੂੰ ਨਵਾਂ ਕੇਅਰ ਟੇਕਰ ਰੱਖਣਾ ਪਿਆ। ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਕੇਅਰ ਟੇਕਰ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇਵੇਗਾ। ਸ਼ੁਰੂਆਤੀ ਜਾਂਚ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਨੌਕਰ ਦੇ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਇਹ ਕਤਲ ਕੀਤਾ ਗਿਆ ਹੋਵੇ, ਕਿਉਂਕਿ ਘਰ ਦੇ ਵਿੱਚ ਲੋਕਰ ਜਿਹੜੇ ਸਨ ਉਹ ਟੁੱਟੇ ਹੋਏ ਸਨ ਅਤੇ ਕੀਮਤੀ ਸਮਾਨ ਗਾਇਬ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲਾ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਦਿੱਲੀ ਤੋਂ। ਦਿੱਲੀ ਦੇ ਕੋਹਾਟ ਐਨਕਲੇਵ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਜ਼ੁਰਗ ਸਿੱਖ ਜੋੜਾ ਜੋ ਕਿ ਫਲੈਟ ਦੇ ਵਿੱਚ ਇਕੱਲਿਆਂ ਰਹਿੰਦਾ ਸੀ ਅਤੇ ਉਹਨਾਂ ਦਾ ਪੁੱਤ ਨਾਲ ਦੀ ਹੀ ਬਿਲਡਿੰਗ ਦੇ ਵਿੱਚ ਰਹਿੰਦਾ ਸੀ, ਪਰ ਉਸਨੂੰ ਵੀ ਨਹੀਂ ਪਤਾ ਲੱਗਿਆ ਕਿ ਉਸਦੇ ਮਾਪਿਆਂ ਦੇ ਨਾਲ ਆਖਿਰਕਾਰ ਰਾਤ ਨੂੰ ਹੋ ਕੀ ਰਿਹਾ ਹੈ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ 2 ਦਿਨ ਬਾਅਦ ਉਸਦੇ ਪੁੱਤ ਨੂੰ ਇਸ ਘਟਨਾ ਦਾ ਪਤਾ ਲੱਗਿਆ ਕਿ ਉਹਨਾਂ ਦੇ ਮਾਤਾ-ਪਿਤਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ ਅਤੇ ਉਹਨਾਂ ਦਾ ਕਤਲ ਹੋ ਚੁੱਕਿਆ ਹੈ। ਪੁਲਿਸ ਨੂੰ ਬੁਲਾਇਆ ਗਿਆ, ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ। ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸ਼ੱਕ ਇਸ ਕੇਅਰ ਟੇਕਰ ਦੇ ਉੱਤੇ ਹੀ ਜਤਾਇਆ ਜਾ ਰਿਹਾ ਹੈ ਕਿ ਇਸ ਦੇ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਇਹ ਕਤਲ ਕੀਤਾ ਗਿਆ ਹੈ। ਕਿ ਕੁਝ ਬਿਆਨ ਸਾਹਮਣੇ ਆਏ ਨੇ, ਤੁਹਾਨੂੰ ਸੁਣਾਉਂਦੇ ਹਾਂ। मेरे भाई साहब, मेरी भाभी जी रहते थे, भाई साहब रहते थे, बच्चे साथ बिल्डिंग में रहते हैं। तो ये सेपरेट के लिए एक अटेंडेंट रखा हुआ था हमने। तो वो अटेंडेंट आया है इनके पास, रात को रहा है। तो सुबह जैसे उठे हैं तो कोई ड्राइवर आया, दरवाज़ा खड़काया, मेट आई खड़काया, तो ये लोग दरवाज़ा खोला नहीं है। तो बच्चों को इन्फॉर्म किया गया कि दरवाज़ा नहीं अंदर से खोल रहे। बच्चों ने आके देखा है दरवाज़ा नहीं खुला, फिर उन्होंने खुलवाया दरवाज़ा। तो अंदर देखा कि एक बेड पे भाई साहब की बॉडी पड़ी है, दूसरे कमरे में भाभी की बॉडी पड़ी है। जो टेंडर आता था उनके साथ सोता था, इसलिए भाभी जी को अलग सोना पड़ता था। तो इन्होंने गले में, जब मैंने जाके देखा है, इनके गले में प्लास्टिक की जो पाइप होती है, ऑक्सीजन पाइप होती है, वो दोनों के गले में है। इनको खींच के उसको डेथ की, इनको मारा गया है। तो अब देखो इस इलाके में हम रह रहे हैं, पहुंच इलाके में रह रहे हैं, ऐसी घटनाएं इन इलाकों में अगर होंगी तो कैसे रहेंगे बाकी लोग यहाँ पर। बड़ी दुख की बात है ये हमारे सबके लिए। अटेंडेंट जो आया उसकी जांच पड़ताल हो रही है। जो अटेंडेंट था, कौन था, क्या था, उसके बारे में मेरे को इतनी नॉलेज नहीं है। तो रात के उनको अकेले उठना पड़ता था, थोड़े से बीमार चल रहे थे काफ़ी टाइम से, उठते बैठते थे, लेकिन रात को कोई जरूरत पड़ती थी वॉशरूम जाने के लिए, तो उनको वो वॉशरूम के लिए उसको लेके जाता था। तो इसलिए हमने इनके लिए अटेंडेंट अलग रखा हुआ था। इनके 2 बेटे हैं जो साथ में रहते हैं। हमारा गारमेंट्स का काम है ज्वेलरी में, और हम लोग, मैं और 2 कुठी आगे रहता हूँ। ये साथ वाली बिल्डिंग में इनके बच्चे तो रहते हैं, सब एक ही लाइन में हम सारे रहते हैं। तो मैं इनका छोटा भाई हूँ, तो मैं सेपरेट रहता हूँ। तो अब आज जब लगता है सामान काफ़ी ले गए होंगे, तो इनके पास अक्सर थोड़ी बहुत कैश रहती थी घर में। तो जब बुजुर्ग थे अपने लिए आदमी रखता ही है सामान, तो उनकी कैश वैश उनको पता होगी। जो टेंडेंट की जो नौकर था वो अपनी कैश उस हिसाब से लगता है कि सामान काफ़ी कुछ ले गया यहाँ से। भाभी की चूड़ी उड़ियाँ उतरी पड़ी है जैसे दिख रहा है। तो अभी तो पुलिस वाले हाथ लगाने नहीं दे रहे, ना उनको सीधा करने दे रहे हैं कि उन्होंने क्या सामान उतारा है, चोरों ने क्या किया है। तो सामान जो लेके लेकिन जो उनको मार गए हैं, ये बहुत बुरा हुआ मार भी है।
ये हमारे लिए बहुत बड़ा सदमा है। हम इसको बर्दाश्त नहीं कर पा रहे हैं। बहुत चिंता की बात है, हम लोग बर्दाश्त नहीं कर पा रहे हैं इसको। बहुत चिंता की बात है। तो इनका नाम महेंद्र सिंह था, भाभी जी का हमारा नाम दलजीत था, और बेटा इनका राजू और छोटा बेटा मिंटू है। तो हम सारी इकट्ठी ज्वाइंट फैमिली है हमारी, हम इकट्ठे ही रहते हैं, बहुत आपस में प्यार मोहब्बत से रहते हैं। समझ नहीं आई ये क्या हो गया आज हमारे साथ, ये बड़ी सोचने की बात है और हम बर्दाश्त नहीं कर पा रहे। सदमे में अटेंडेंट चेंज होता रहता था कभी, ये पूरी इसके बारे में नॉलेज नहीं है मेरे को। लगता है जो सुनने में मेरे को आ रहा है कि अभी चेंज हुआ है अटेंडेंट को, 3 दिन पहले चेंज हुआ है अटेंडेंट का, नया अटेंडेंट रखा गया है। वो पुराना ही अटेंडेंट को चेंज करके नया लगा के गया, जो सुनने में मेरे आ रहा है। वो पुराना गया नया लगा गया, तो ये आते ही उसने करामात कर दी है। अब ये किस बजे अंदर एंटर कर रहा है, इन्होंने रात को क्या किया, कितने बजे निकले हैं, कुछ नहीं पता लगा। अब इन्वेस्टिगेशन पुलिस कर रही है, पुलिस दिल्ली पुलिस पूरी सारी आ चुकी है यहाँ पर, सब इन्वेस्टिगेशन कर रहे हैं। अब इसका रिजल्ट निकलेगा क्या होगा, लेकिन हमारे भाई और भाभी तो चले गए, अब उनके लिए कुछ नहीं कर सकते।